ਸਾਡੇ ਪ੍ਰੀਮੀਅਰ ਡਗ ਫੋਰਡ ਨੇ ਅੱਜ ਐਲਾਨ ਕੀਤਾ ਹੈ ਕਿ ਸਾਰੇ ਅੰਟਾਰੀਓ ਦੇ ਵਿੱਚ ਮੁੜ ਤੋਂ ਲਾਕਡਾਊਨ ਨੂੰ ਲਾਗੂ ਕਰ ਦਿੱਤਾ ਗਿਆ ਹੈ। ਟੋਰਾਂਟੋ ਰੀਜਨ, ਪੀਲ ਔਰ ਹੈਮਿਲਟਨ ਤਿੰਨ ਐਸੇ ਰੀਜਨ ਸੀ ਜਿਹੜੇ ਆਲਰੇਡੀ ਗ੍ਰੇ ਜ਼ੋਨ ਦੇ ਵਿੱਚ ਸਨ, ਪਰੰਤੂ ਸਾਰੇ ਦੇ ਸਾਰੇ ਪ੍ਰੋਵਿੰਸ ਨੂੰ ਮੁੜ ਤੋਂ ਗ੍ਰੇ ਜ਼ੋਨ 'ਚ ਲੈ ਆਂਦਾ ਗਿਆ ਹੈ, ਜਿਹਦਾ ਮਤਲਬ ਹੈ ਕਿ ਲਾਕਡਾਊਨ। ਹਾਲਾਂਕਿ ਲੱਗਦਾ ਸੀ ਕਿ ਸ਼ਾਇਦ ਪ੍ਰੀਮੀਅਰ ਕਹਿਣਗੇ ਸਟੇ ਐਟ ਹੋਮ, ਪਰ ਸਟੇ ਐਟ ਹੋਮ ਦੇ ਆਰਡਰ ਨਹੀਂ ਕੀਤੇ ਗਏ ਔਰ ਇਹਦੇ ਮੁਤਾਬਕ ਹੁਣ ਅੰਟਾਰੀਓ ਭਰ ਦੇ ਵਿੱਚ ਜਿੰਨੇ ਵੀ ਰੀਜਨਸ ਨੇ, ਹੈਲਥ ਰੀਜਨਸ ਨੇ, ਉਹਨਾਂ ਦੇ ਵਿੱਚ ਮੁੜ ਤੋਂ ਇਹ ਪਾਬੰਦੀ ਹੋਏਗੀ ਕਿ ਰੈਸਟੋਰੈਂਟ ਦੇ ਵਿੱਚ ਬੈਠ ਕੇ ਖਾਣਾ ਨਹੀਂ ਖਾ ਸਕਦੇ, ਸਿਰਫ ਟੇਕ ਆਊਟ ਕਰ ਸਕਦੇ ਹੋ। ਆਊਟਡੋਰ ਜਿਮਸ ਔਰ ਇਹਦੇ ਨਾਲ ਜੋ ਵੀ ਜਿਹੜਾ ਫਿਊਨਰਲ ਹੋਮ ਨੂੰ ਲੈ ਕੇ ਜਾਂ ਮੈਰਿਜ ਪੈਲੇਸਿਸ ਨੂੰ ਲੈ ਕੇ ਆਰਡਰ ਕੀਤੇ ਗਏ ਸੀ, ਉਹਨਾਂ 'ਚ ਵੀ ਤਬਦੀਲੀ ਕੀਤੀ ਗਈ ਹੈ। ਸਿਰਫ ਉਹਨਾਂ ਦੀ ਕਪੈਸਿਟੀ ਹੁਣ ਰਹੇਗੀ 15%। ਔਰ ਇਹਦੇ ਨਾਲ ਤੁਹਾਨੂੰ ਦੱਸ ਦਈਏ ਜੀ ਕਿ ਬਾਹਰ 10 ਵਿਅਕਤੀਆਂ ਦੀ ਜਗ੍ਹਾ 'ਤੇ ਸਿਰਫ 5 ਬੰਦਿਆਂ ਨੂੰ ਇਕੱਠੇ ਹੋਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਔਰ ਜਿਹੜੇ ਸਟੋਰਾਂ ਦੇ ਉੱਤੇ 25%, ਰਿਟੇਲ ਦੇ ਸਟੋਰਾਂ ਦੇ ਉੱਤੇ 25% ਗ੍ਰਾਹਕਾਂ ਨੂੰ ਅੰਦਰ ਆਉਣ ਦੀ ਇਜਾਜ਼ਤ ਸੀ, ਕੁਝ ਵੱਡੇ ਸਟੋਰਾਂ ਵਿੱਚ 50% ਸੀ, ਉਸ ਨੂੰ ਵੀ ਲਾਗੂ ਰੱਖਿਆ ਗਿਆ ਹੈ। ਫਿਲਹਾਲ ਪ੍ਰੀਮੀਅਰ ਫੋਰਡ ਦਾ ਕਹਿਣਾ ਹੈ ਕਿ ਜੇ ਅਸੀਂ ਅਜਿਹਾ ਨਾ ਕਰਦੇ ਤੇ ਅਪ੍ਰੈਲ ਦੇ ਅੱਧ ਤੱਕ ਜਾਂਦਿਆਂ ਸਾਨੂੰ 10,000 ਤੱਕ ਕੇਸ ਰਿਪੋਰਟ ਹੋਣ ਦੀ ਜਾਣਕਾਰੀ ਮਿਲ ਸਕਦੀ ਸੀ। ਇਸ ਗੱਲ ਦਾ ਖਦਸ਼ਾ ਸੀ। ਉਸ ਤੋਂ ਬਚਾਅ ਕਰਨ ਦੇ ਲਈ ਅਸੀਂ ਇਮੀਡੀਏਟਲੀ ਇਹ ਐਕਸ਼ਨ ਲਿਆ। ਉਹਨਾਂ ਨੇ ਮੰਨਿਆ ਹੈ ਕਿ ਯੈਸ, ਬੜੇ ਲੋਕਾਂ ਨੂੰ ਇਹਦੇ ਨਾਲ ਧੱਕਾ ਲੱਗਾ ਹੋਏਗਾ, ਕਿਉਂਕਿ ਬਹੁਤ ਸਾਰੇ ਬਿਜ਼ਨੈਸਿਸ ਆਲਰੇਡੀ ਸਰਵਾਈਵ ਨਹੀਂ ਸੀ ਕਰ ਰਹੇ। 1 ਮਹੀਨਾ ਹੋਰ ਹੁਣ ਬਿਜ਼ਨਸ ਬੰਦ ਹੋਣ ਨਾਲ ਲੋਕਾਂ ਨੂੰ ਵੱਡੇ ਨੁਕਸਾਨ ਦਾ ਜਿਹੜਾ ਸਾਹਮਣਾ ਕਰਨਾ ਪਏਗਾ। ਔਰ ਇਹਦੇ ਨਾਲ ਜਿਹੜੇ ਲੋਕ ਮਾਨਸਿਕ ਸਮੱਸਿਆਵਾਂ 'ਚੋਂ ਗੁਜ਼ਰ ਰਹੇ ਹੈ, ਜਿਨ੍ਹਾਂ ਦੇ ਮੈਂਟਲ ਹੈਲਥ ਇਸ਼ੂਜ਼ ਨੇ, ਉਹਨਾਂ ਨੂੰ ਵੀ ਕਾਫੀ ਮੁਸ਼ਕਲਾਂ ਹੋਰ ਆਉਣਗੀਆਂ। ਲੋਕ ਤਾਂ ਉਮੀਦ ਕਰ ਰਹੇ ਸੀ ਕਿ ਜਲਦੀ ਵੈਕਸੀਨ ਲੱਗਣ ਔਰ ਸਾਰਾ ਕੁਝ ਓਪਨ ਹੋਵੇ, ਪਰੰਤੂ ਵੈਕਸੀਨ ਬੜੀ ਸਲੋ ਸਪੀਡ ਨਾਲ ਆ ਰਹੇ ਹੈ, ਸਲੋ ਸਪੀਡ ਨਾਲ ਫਿਰ ਲੱਗ ਰਹੇ ਹੈ। ਫੋਰਡ ਦਾ ਕਹਿਣਾ ਹੈ ਕਿ ਇਹ ਜਿਹੜਾ ਗੈਪ ਹੈ ਹੁਣ ਤੋਂ ਲੈ ਕੇ ਵੈਕਸੀਨ ਲੱਗਣ ਤੱਕ ਦਾ, ਇਹ ਬੜਾ ਖਤਰਨਾਕ ਸਮਾਂ ਹੈ ਔਰ ਇਸ ਸਮੇਂ ਤੋਂ ਬਚਣ ਦੇ ਲਈ ਸਾਡੇ ਲਈ ਲਾਜ਼ਮੀ ਹੈ ਕਿ ਅਸੀਂ ਇਹ ਐਕਸ਼ਨ ਲਈਏ ਜੋ ਉਹਨਾਂ ਨੇ ਅੱਜ ਲੈ ਲਿਆ ਹੈ। ਇਹਦੇ ਬਾਰੇ ਸਾਡੀ ਅੱਜ ਦੀ ਪੂਰੀ ਰਿਪੋਰਟ। ਸੂਬੇ ਦੇ ਵਿੱਚ ਵੱਧ ਰਹੇ ਕੇਸਾਂ ਨੂੰ ਦੇਖਦਿਆਂ ਅੱਜ ਪ੍ਰੀਮੀਅਰ ਡਗ ਫੋਰਡ ਵੱਲੋਂ ਇੱਕ ਅਹਿਮ ਫੈਸਲਾ ਲਿਆ ਗਿਆ। ਪ੍ਰੀਮੀਅਰ ਨੇ ਐਲਾਨ ਦੇ ਵਿੱਚ ਕਿਹਾ ਕਿ ਮੁੜ ਸੂਬੇ ਦੇ ਵਿੱਚ ਤਾਲਾਬੰਦੀ ਕੀਤੀ ਜਾ ਰਹੀ ਹੈ, ਕਿਉਂਕਿ ਇਸ ਸਮੇਂ ਸੂਬੇ ਦੇ ਹਾਲਾਤ ਬੇਹੱਦ ਹੀ ਘਾਤਕ ਹੁੰਦੇ ਜਾ ਰਹੇ ਨੇ। ਹਰ ਦਿਨ ਕੇਸਾਂ ਦੇ ਵਿੱਚ ਹੋ ਰਹੇ ਵਾਧੇ ਨੇ ਡਾਕਟਰਾਂ ਅਤੇ ਮਾਹਿਰਾਂ ਦੀ ਚਿੰਤਾ ਵਧਾ ਦਿੱਤੀ ਹੈ ਅਤੇ ਇਸੇ ਲਈ ਇਹ ਫੈਸਲਾ ਲੋਕਾਂ ਦੀ ਸੁਰੱਖਿਆ ਵਾਸਤੇ ਲਿਆ ਗਿਆ ਹੈ। ਓਨਟਾਰੀਓ ਸਰਕਾਰ ਕੋਵਿਡ-19 ਕੇਸ ਨੰਬਰਾਂ ਨੂੰ ਅਤੇ ਹਸਪਤਾਲਾਂ ਦੇ ਵਿੱਚ ਵੱਧ ਰਹੇ ਪੀੜਤਾਂ ਨੂੰ ਦੇਖਦਿਆਂ ਇਸ ਸ਼ਨੀਵਾਰ ਨੂੰ 12:01 ਤੇ ਸੂਬੇ ਦੇ ਵਿੱਚ ਐਮਰਜੈਂਸੀ ਬ੍ਰੇਕ ਲਾਗੂ ਕਰ ਰਹੀ ਹੈ ਅਤੇ ਘੱਟੋ-ਘੱਟ ਇਹ ਐਮਰਜੈਂਸੀ ਅਗਲੇ 4 ਹਫ਼ਤਿਆਂ ਲਈ ਰਹੇਗੀ। ਯਾਨੀ ਕਿ ਹੁਣ ਐਮਰਜੈਂਸੀ ਆਰਡਰ ਦੇ ਤਹਿਤ ਰੈਸਟੋਰੈਂਟਸ ਦੇ ਵਿੱਚ ਇਨਡੋਰ ਡਾਈਨਿੰਗ ਤੇ ਰੋਕ ਲੱਗ ਗਈ ਹੈ, ਜਿਸ ਦਾ ਮਤਲਬ ਹੈ ਕਿ ਜਿਹੜੇ ਰੈਸਟੋਰੈਂਟ ਟੋਰਾਂਟੋ ਅਤੇ ਪੀਲ ਦੇ ਵਿੱਚ ਇਨਡੋਰ ਡਾਈਨਿੰਗ ਲਈ 22 ਮਾਰਚ ਨੂੰ ਖੋਲ੍ਹੇ ਗਏ ਸਨ, ਉਹ ਹੁਣ ਮੁੜ ਤੋਂ ਬੰਦ ਕੀਤੇ ਜਾਣਗੇ। ਇਸ ਤੋਂ ਇਲਾਵਾ ਜਿਮਸ ਅਤੇ ਪਰਸਨਲ ਕੇਅਰ ਸਰਵਿਸਿਜ਼, ਜਿਸ ਦਾ ਮਤਲਬ ਹੈ ਕਿ ਸਲੂਨਸ ਨੂੰ ਵੀ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ। ਦੱਸ ਦਈਏ ਕਿ ਜ਼ਰੂਰੀ ਸਟੋਰਸ ਦੇ ਵਿੱਚ 50% ਤੱਕ ਕਪੈਸਿਟੀ ਅਤੇ ਗੈਰ ਜ਼ਰੂਰੀ ਸਟੋਰਾਂ ਦੇ ਵਿੱਚ ਸਿਰਫ 25% ਤੱਕ ਲੋਕਾਂ ਦੇ ਜਾਣ ਦੀ ਇਜਾਜ਼ਤ ਹੋਵੇਗੀ। ਪ੍ਰੀਮੀਅਰ ਵੱਲੋਂ ਐਲਾਨ ਕੀਤੀਆਂ ਗਈਆਂ ਨਵੀਆਂ ਪਾਬੰਦੀਆਂ ਦਾ ਮਤਲਬ ਹੈ ਕਿ ਹੁਣ 12 ਅਪ੍ਰੈਲ ਨੂੰ ਖੁੱਲਣ ਵਾਲੀਆਂ ਬਾਰਬਰ ਸ਼ਾਪਸ ਅਤੇ ਹੇਅਰ ਸਲੂਨਸ ਹੁਣ ਨਹੀਂ ਖੁੱਲੇ ਜਾਣਗੇ। Effective Saturday, April the 3rd at 12:01 a.m., Ontario will pull the emergency brake for the entire province. All 34 public health regions will move into shutdown for a period of 4 weeks. Friends, right now, we are into a third wave of COVID-19. The variants of concern are spreading rapidly. This is a new pandemic. We're now fighting a new enemy. This decision was not made lightly. I know the toll these restrictions continue to take on people's mental health and well-being. And please understand, folks, this decision weighs extremely heavy on me. I know what this means for people to be here over a year into this pandemic. It's frustrating and it's very, very difficult.
But we've come so far. We have sacrificed too much to throw in the towel so close to things getting better. And let's be clear, the cost of inaction is simply too high. We know for a fact that the stay-at-home order, the restrictions we have introduced thus far, have saved thousands of lives. ਐਲਾਨ ਕੀਤੀਆਂ ਗਈਆਂ ਨਵੀਆਂ ਪਾਬੰਦੀਆਂ ਦੇ ਅਨੁਸਾਰ ਹੁਣ ਪਰਿਵਾਰ ਤੋਂ ਬਾਹਰ ਵਾਲੇ ਵਿਅਕਤੀ ਨਾਲ ਇਨਡੋਰ ਗੈਦਰਿੰਗਸ ਤੇ ਪਾਬੰਦੀ ਲੱਗ ਚੁੱਕੀ ਹੈ ਅਤੇ ਆਊਟਡੋਰ ਗੈਦਰਿੰਗ ਦੇ ਵਿੱਚ ਸਿਰਫ 5 ਵਿਅਕਤੀ ਹੀ ਸ਼ਾਮਲ ਹੋ ਸਕਦੇ ਨੇ। ਇਸ ਤੋਂ ਇਲਾਵਾ ਵਿਆਹ ਸਮਾਗਮ ਦੇ ਵਿੱਚ ਸੰਸਕਾਰ ਵਾਲੀਆਂ ਜਗ੍ਹਾਵਾਂ ਤੇ ਧਾਰਮਿਕ ਥਾਵਾਂ ਤੇ ਸਿਰਫ 15% ਤੱਕ ਲੋਕ ਇਨਡੋਰ ਇਕੱਠੇ ਹੋ ਸਕਦੇ ਨੇ। ਸਰਕਾਰ ਵੱਲੋਂ ਇਹ ਪਾਬੰਦੀਆਂ ਉਸ ਵਕਤ ਲਗਾਈਆਂ ਗਈਆਂ ਨੇ ਜਦ ਆਈਸੀਯੂ ਦੇ ਵਿੱਚ ਭਰਤੀ ਮਰੀਜ਼ਾਂ ਦੀ ਗਿਣਤੀ 400 ਤੋਂ ਪਾਰ ਹੋ ਗਈ ਅਤੇ ਡਾਕਟਰਾਂ ਤੇ ਮਾਹਿਰਾਂ ਵੱਲੋਂ ਤੀਜੀ ਵੇਵ ਦੇ ਵੱਧ ਰਹੇ ਖਤਰੇ ਨੂੰ ਦੇਖਦਿਆਂ ਸਰਕਾਰ ਨੂੰ ਲੰਬੇ ਸਮੇਂ ਤੋਂ ਸੂਬੇ ਦੇ ਵਿੱਚ ਸਖਤ ਪਾਬੰਦੀਆਂ ਲਗਾਉਣ ਦੀ ਅਪੀਲ ਕੀਤੀ ਜਾ ਰਹੀ ਸੀ। ਜਿਸ ਤਰ੍ਹਾਂ ਤੀਜੀ ਵੇਵ ਦੇ ਆਉਣ ਨਾਲ ਸੂਬੇ ਦੇ ਵਿੱਚ ਕੇਸਾਂ ਦਾ ਆંકੜਾ ਵਧਿਆ ਹੈ, ਹੁਣ ਇਹ ਦੇਖਣਾ ਜ਼ਰੂਰੀ ਹੋਵੇਗਾ ਕਿ ਸੂਬੇ ਦੇ ਵਿੱਚ ਲਗਾਈ ਗਈ ਐਮਰਜੈਂਸੀ ਬ੍ਰੇਕ ਕੇਸਾਂ ਦੀ ਗਿਣਤੀ ਘਟਾਉਣ ਦੇ ਵਿੱਚ ਕਿੰਨੀ ਕੁ ਲਾਹੇਵੰਦ ਸਾਬਿਤ ਹੁੰਦੀ ਹੈ।